ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੱਲ ਸ਼ਾਮ ਨੂੰ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਆ ਉਹ ਵਾਲ ਕਟਾਉਂਦੇ ਸਮੇਂ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ। ਹਾਲਾਂਕਿ ਉੱਥੇ ਪਹੁੰਚ ਕੇ ਕਾਂਗਰਸ ਦੇ ਕੁਝ ਵੱਡੇ ਲੀਡਰਾਂ ਨੇ ਉਸ ਗ੍ਰਿਫਤਾਰੀ ਦਾ ਵਿਰੋਧ ਵੀ ਕੀਤਾ, ਪਰ ਫਿਰ ਵੀ ਵਿਜੀਲੈਂਸ ਪਿੱਛੇ ਨਹੀਂ ਹਟੀ ਤੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਕੇ ਲੈ ਗਈ। ਵਿਜੀਲੈਂਸ ਦੀ ਕਸਟਡੀ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਹੈ ਉਹ ਰਾਤ ਜਿਹੜੀ ਹੈ ਉਹ ਬੀਤੀ ਹੈ ਤੇ ਰਾਤੋਂ ਰਾਤ ਕੁਝ ਵੱਡੇ ਖੁਲਾਸੇ ਜਿਹੜੇ ਆ ਹੋਏ ਆ। ਉਹ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਖੁਲਾਸੇ ਆ, ਕਿਵੇਂ ਆਸ਼ੂ ਦੀ ਗ੍ਰਿਫਤਾਰੀ ਦੀ ਜਿਹੜੀ ਸਾਰੀ ਗੱਲਬਾਤ ਹੋਈ ਹੈ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਸਮੇਤ 4 ਹੋਰ ਸਾਬਕਾ ਮੰਤਰੀਆਂ ਦੀ ਗ੍ਰਿਫਤਾਰੀ ਤੈਅ ਮੰਨੀ ਜਾ ਰਹੀ ਹੈ। ਕਿਉਂ ਉਹ ਗ੍ਰਿਫਤਾਰੀ ਹੋਣ ਜਾ ਰਹੀ ਹੈ, ਕਿਹੜੇ ਕਿਹੜੇ ਨਾਮ ਉਹਦੇ ਵਿੱਚ ਨੇ, ਉਹਨਾਂ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਆਪਾਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਹੀ ਕਰਦੇ ਹਾਂ। ਭਾਰਤ ਭੂਸ਼ਣ ਆਸ਼ੂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਜਦੋਂ ਉਹ ਪੂਰਾ ਦਿਨ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਖੜ ਕੇ ਉਹਨਾਂ ਨੂੰ ਚੈਲੰਜ ਕਰਦੇ ਰਹੇ। ਪਟੀਸ਼ਨ ਵੀ ਆਪਣੀ ਕੋਰਟ ਦੇ ਵਿੱਚ ਪਾਈ, ਜਿਹੜੀ ਉਹਨਾਂ ਨੇ ਵਾਪਸ ਲੈ ਲਈ। ਪਤਾ ਨਹੀਂ ਕੀ ਗੱਲਬਾਤ ਇਹੋ ਜਿਹਾ, ਕਿਹੜਾ ਉਹਨਾਂ ਨੂੰ ਕੌਨਫੀਡੈਂਸ ਬਣ ਗਿਆ ਸ਼ਾਇਦ ਕਿ ਮੈਂ ਹੁਣ ਉਹਨਾਂ ਦੇ ਵਿਜੀਲੈਂਸ ਦੇ ਘਰ ਦੇ ਵਿੱਚ ਆ ਗਿਆ ਤੇ ਮੈਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਸ਼ਾਇਦ ਮੈਨੂੰ ਹੁਣ ਗ੍ਰਿਫਤਾਰ ਕਰਨਾ ਹੀ ਨਹੀਂ। ਤੇ ਜਦੋਂ ਇਹ ਸਾਰਾ ਪ੍ਰਦਰਸ਼ਨ ਕਰਕੇ ਵਾਪਸ ਮੁੜੇ ਤੇ ਵਾਲ ਕਟਾ ਰਹੇ ਸੀ ਆਸ਼ੂ, ਤਾਂ ਉੱਥੇ ਕਹਿੰਦੇ ਵਿਜੀਲੈਂਸ ਨੇ ਪਹੁੰਚ ਕੇ ਉਹਨਾਂ ਤੇ ਰੇਡ ਕਰਕੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ। ਬੀਤੀ ਰਾਤ ਉਹਨਾਂ ਦੀ ਕਿਵੇਂ ਰਹੀ ਤੇ ਖੁਲਾਸੇ ਜਿਹੜੇ ਉਹ ਕੀ ਹੈ, ਕਿਵੇਂ ਗ੍ਰਿਫਤਾਰੀ ਹੁੰਦੀ ਹੈ, ਸਾਰਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰ ਲਈ ਕਿ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਗ੍ਰਿਫਤਾਰੀ ਹੋਣੀ ਹੈ, ਇਹ ਗ੍ਰਿਫਤਾਰੀ ਜਿਹੜੀ ਹੋਈ, ਇਹ ਗ੍ਰਿਫਤਾਰੀ ਦਾ ਜਿਹੜਾ ਮੁੱਖ ਕਾਰਨ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜਾ ਕਾਂਗਰਸ ਪਾਰਟੀ ਵੱਲੋਂ ਦਿੱਤਾ ਗਿਆ ਧਰਨਾ, ਤੇ ਧਰਨੇ ਦੇ ਵਿੱਚ ਰਾਜਾ ਵੜਿੰਗ ਵੱਲੋਂ ਲੋੜ ਤੋਂ ਵੱਧ ਕੀਤਾ ਗਿਆ ਆਪਣਾ ਸ਼ਕਤੀ ਪ੍ਰਦਰਸ਼ਨ ਤੇ ਸਿੱਧਾ ਸਰਕਾਰ ਨੂੰ ਵੰਗਾਰਨਾ ਹੀ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਆ ਗ੍ਰਿਫਤਾਰੀ ਦਾ ਕਾਰਨ ਬਣੇ ਆ। ਹਾਲਾਂਕਿ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜਿਹੜੇ ਦੋਸ਼ ਨੇ ਜਾਂ FIR ਜਿਹੜੀ ਉਹ 18 ਤਰੀਕ ਨੂੰ ਨਾਮਜ਼ਦ ਉਹ ਕਰ ਲਿਆ ਗਿਆ ਸੀ, ਪਰ ਫਿਰ ਇਸ ਦੇ ਬਾਵਜੂਦ ਅਜੇ ਵਿਜੀਲੈਂਸ ਦਾ ਜਿਹੜਾ ਮੂਡ ਸੀ ਉਹ ਅਜੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ ਦਾ ਨਹੀਂ ਸੀ, ਬਲਕਿ ਉਹਨਾਂ ਦਾ ਮੀਨੂ ਪੰਕਜ ਮਲਹੋਤਰਾ ਜਿਹੜਾ PA ਆ, ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਉਹਦੇ ਆਧਾਰ ਤੇ ਗ੍ਰਿਫਤਾਰ ਕਰਕੇ ਹੀ ਅਗਲੀ ਜਿਹੜੀ ਕਾਰਵਾਈ ਕਰਨੀ ਸੀ। ਪਰ ਰਾਜਾ ਵੜਿੰਗ ਵੱਲੋਂ ਜਿਸ ਤਰੀਕੇ ਨਾਲ ਕੱਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਜਿਸ ਤਰੀਕੇ ਨਾਲ ਸਰਕਾਰ ਦੇ ਉੱਤੇ ਸਿੱਧਾ ਦਬਾਅ ਬਣਾਉਣ ਦੀ ਨੀਤੀ ਦੇ ਤਹਿਤ ਜ਼ੋਰ ਸ਼ੋਰ ਨਾਲ ਉੱਥੇ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਵੀ ਉੱਥੇ ਮੌਕੇ ਤੇ ਮੌਜੂਦ ਜਿਸ ਤਰੀਕੇ ਨਾਲ ਉਹਨਾਂ ਨੇ ਸਰਕਾਰ ਨੂੰ ਚੈਲੰਜ ਕੀਤਾ, ਤਾਂ ਉੱਥੇ ਸਥਿਤੀ ਇਹ ਬਣ ਗਈ ਸੀ ਕਿ ਹੁਣ ਸਰਕਾਰ ਅੱਗੇ ਨੱਪੀ ਜਾਏਗੀ ਜਾਂ ਸਰਕਾਰ ਕੁਝ ਕਰਕੇ ਦਿਖਾਏਗੀ। ਤਾਂ ਇਹੋ ਹੀ ਕਾਰਨ ਆ ਕਿ ਭਾਰਤ ਭੂਸ਼ਣ ਆਸ਼ੂ ਨੂੰ ਉਸ ਵਕਤ ਚੰਡੀਗੜ੍ਹ ਦੇ ਜਦੋਂ ਇਹ ਧਰਨਾ ਕਰ ਰਹੇ ਸਨ, ਉਸ ਵਕਤ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਨਹੀਂ ਕੀਤਾ, ਬਲਕਿ ਗ੍ਰਿਫਤਾਰ ਉਹਨਾਂ ਨੂੰ ਉਹਨਾਂ ਦੇ ਪੈਦਾਇਸ਼ੀ ਜ਼ਿਲ੍ਹਾ ਲੁਧਿਆਣੇ ਦੇ ਵਿੱਚੋਂ ਹੀ ਉਸ ਸਮੇਂ ਕੀਤਾ ਕਿ ਜਦੋਂ ਸੈਲੂਨ ਦੇ ਵਿੱਚੋਂ ਆਪਣੇ ਵਾਲ ਕਟਾ ਰਹੇ ਸਨ। ਸੋ ਸਰਕਾਰ ਨੇ ਇਹ ਗੱਲ ਕੱਲ ਸਾਬਤ ਕਰ ਦਿੱਤੀ ਕਿ ਜੇ ਉਹ ਆਪਣੀ ਆਈ ਤੇ ਆਈ ਆ ਤਾਂ ਫਿਰ ਉਹਨਾਂ ਨੇ ਗ੍ਰਿਫਤਾਰ ਕਰਨਾ ਤੇ ਗ੍ਰਿਫਤਾਰੀ ਕਰਕੇ ਵਿਖਾਈ। ਇਸ ਦਾ ਸਾਫ਼ ਅਰਥ ਇਹ ਨਿਕਲਦਾ, ਪਹਿਲੀ ਗੱਲ ਕਿ ਭਗਵੰਤ ਮਾਨ ਦੀ ਸਰਕਾਰ ਕਿਸੇ ਵੀ ਦਬਾਅ ਦੇ ਤਹਿਤ ਕੋਈ ਕਾਰਵਾਈ ਨਾ ਤਾਂ ਕਿਸੇ ਕੋਲ ਡਰ ਰਹੀ ਆ ਤੇ ਨਾ ਹੀ ਕਿਸੇ ਦੇ ਆਧਾਰ ਤੇ ਉਹ ਚਾਲੂ ਹੋ ਰਹੀ ਹੈ, ਜਿਸ ਤਰੀਕੇ ਨਾਲ ਕੱਲ ਰਾਜਾ ਵੜਿੰਗ ਉਹਨਾਂ ਨੇ ਚਾਲੂ ਕਰਾਉਣ ਦਾ ਯਤਨ ਕੀਤਾ। ਤੇ ਦੂਸਰੀ ਗੱਲ ਜਿਹੜਾ ਆਸਪੈਕਟ ਸੁਖਵਿੰਦਰ ਜੀ ਇਹ ਆ ਕਿ ਇੱਕ ਪਾਸੇ ਨਾ ਭਾਰਤ ਭੂਸ਼ਣ ਆਸ਼ੂ ਚੰਡੀਗੜ੍ਹ ਦੇ ਦਫ਼ਤਰ ਦੇ ਜਿੱਥੇ ਧਰਨਾ ਚੱਲ ਰਿਹਾ ਸੀ ਉੱਥੇ ਇੰਨੀ ਗੱਲ ਕਹਿ ਰਹੇ ਕਿ ਮੈਨੂੰ ਗ੍ਰਿਫਤਾਰ ਕਰ ਲਓ, ਮੈਂ ਆਇਆ, ਕੋਈ ਗੱਲ ਹੀ ਨਹੀਂ। ਤੇ ਫਿਰ ਜਦੋਂ ਕੱਲ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਰਵਨੀਤ ਬਿੱਟੂ, ਸੰਜੇ ਡਾਵਰ, SK ਤਲਵਾਰ ਵਰਗੇ ਬੰਦੇ ਨੇ, ਫਿਰ ਇਹਨਾਂ ਦਾ ਉਸ ਵੇਲੇ ਸ਼ਕਤੀ ਪ੍ਰਦਰਸ਼ਨ ਕਰਨ ਦਾ ਜਾਂ ਅਸੀਂ ਕਹਿ ਸਕਦੇ ਕਿ ਰੋਸ ਪ੍ਰਦਰਸ਼ਨ ਕਰਨ ਦਾ ਕੀ ਅਰਥ ਰਹਿ ਜਾਂਦਾ। ਇੰਨੀ ਗੱਲ ਬਿੱਟੂ ਹੁਣੀ ਕਹਿ ਰਹੇ ਕਿ ਜੇਕਰ ਇਹਨਾਂ ਨੇ ਕੀਤੇ ਕਾਗਜ਼ ਲਿਆਓ, ਸਾਨੂੰ ਕੋਈ ਇਤਰਾਜ਼ ਨਹੀਂ। ਤਾਂ ਜੇ ਫਿਰ ਉਹ ਵਿਜੀਲੈਂਸ ਲੈਣ ਆਈ ਆ ਤਾਂ ਉਹੀ ਭਾਰਤ ਭੂਸ਼ਣ ਆਸ਼ੂ ਜਿਹੜਾ ਆਪ ਗ੍ਰਿਫਤਾਰੀ ਦੇਣ ਜਾਂਦਾ ਉੱਥੇ ਵਿਜੀਲੈਂਸ ਕਰਦੀ ਨਹੀਂ ਗ੍ਰਿਫਤਾਰ, ਜਦੋਂ ਥੱਲੇ ਆਣ ਕੇ ਕਰਦੀ ਆ ਤਾਂ ਫਿਰ ਇਸ ਦਾ ਕੀ ਕਾਰਨ? ਇਸ ਦਾ ਕਾਰਨ ਕਿ ਅੰਦਰੋਂ ਅੰਦਰ ਹੀ ਸਭ ਕੁਝ ਡਰੇ ਹੋਏ ਸਨ। ਇਹ ਸਾਰਾ ਜਿਹੜਾ ਸੀਨ ਸੀ ਕੱਲ ਦਾ ਪਲਾਟ, ਸਿਰਫ ਮੁੱਦਾ ਇਹ ਸੀ ਕਿ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇ ਤੇ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਪਿੱਛੇ
ਪੰਜਾਬ ਕਾਂਗਰਸ ਦੇ ਇੰਚਾਰਜ ਜਿਹੜੇ ਰਾਜਸਥਾਨ ਦੇ ਹਰੀਸ਼ ਚੌਧਰੀ, ਉਹਨਾਂ ਦਾ ਨਾਮ ਪ੍ਰਮੁੱਖ ਵੱਜ ਰਿਹਾ ਕਿ ਇਹ ਸਾਰੇ ਡਰਾਮੇ ਦੇ ਉਹ ਸੂਤਰਧਾਰ ਸਨ, ਕਿਉਂਕਿ ਇਸ ਤਰ੍ਹਾਂ ਲੱਗਦਾ ਕਿ ਸਕੰਜਾ ਜਿਹੜਾ ਉਹਨਾਂ ਦੇ ਦਿਵਾਲੇ ਵੀ ਕੱਸਿਆ ਜਾ ਰਿਹਾ, ਹੱਥ ਉਧਰ ਵੀ ਜਾ ਰਿਹਾ। ਤਾਂ ਬਾਰ-ਬਾਰ ਇਹ ਗੱਲ ਕਹਿ ਰਹੇ ਕਿ ਸੈਲੂਨ ਦੇ ਵਿੱਚ ਵਾਲ ਕਟਾਉਂਦੇ ਆ। ਸੁਖਵਿੰਦਰ ਜੀ, ਮੈਨੂੰ ਯਾਦ ਆ ਕਿ ਜੈ ਲਲਿਤਾ ਜਦੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਬਣੇ ਤੇ ਕਰੁਣਾਨਿਧੀ ਸਾਬਕਾ ਮੁੱਖ ਮੰਤਰੀ, ਤੇ ਰਾਤ ਨੂੰ 3 ਵਜੇ ਬੈਡਰੂਮ ਦੇ ਵਿੱਚੋਂ ਜਿਹੜੇ ਅੰਡਰਵੀਅਰ ਸਮੇਤ ਉਹਨਾਂ ਦੀ ਤਾਮਿਲਨਾਡੂ ਤੇ ਪੁਲਿਸ ਨੇ ਉਹਨੂੰ ਚੁੱਕਿਆ ਸੀ ਤੇ ਸੂਰਜ ਟੀਵੀ ਨੇ ਉਸਨੂੰ ਟੈਲੀਕਾਸਟ ਕੀਤਾ। ਜਦੋਂ ਫਿਰ ਸਰਕਾਰ ਆਪਣੀ ਆਈ ਦੇ ਆਵੇ ਤਾਂ ਬਹੁਤ ਕੁਝ ਹੁੰਦਾ। ਤਾਂ ਖੈਰ, ਗੱਲ ਭਾਰਤ ਭੂਸ਼ਣ ਆਸ਼ੂ ਦੀ, ਜੇ ਚੁੱਕ ਲਿਆ ਗਿਆ ਜਾਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਾਨੂੰਨ ਦੇ ਤਹਿਤ ਕੀਤਾ ਗਿਆ। ਹੁਣ ਅਗਲਾ ਸਵਾਲ ਤੁਹਾਡੇ ਜਵਾਬ ਜਿਹੜਾ ਕੱਲ ਜਦੋਂ ਉਸ ਨੂੰ ਲੈ ਕੇ ਗਏ ਨੇ ਤੇ ਮੁੱਢਲੀ ਜਾਣਕਾਰੀ ਜੋ ਸਾਡੇ ਤੱਕ ਪਹੁੰਚੀ ਆ ਉਹਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਜਿਹੜਾ ਵਿਜੀਲੈਂਸ ਦੇ ਅਧਿਕਾਰੀਆਂ ਨੂੰ, ਜਿਹੜਾ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਨੇ ਕਿਹਾ ਕਿ ਤੁਸੀਂ ਸਾਡੀ ਕਾਰ 'ਚ ਚਲੋ, ਪਰ ਉੱਥੋਂ ਤੱਕ ਤਾਂ ਮੰਨੇ, ਪਰ ਜਦੋਂ ਵਿਜੀਲੈਂਸ ਅਧਿਕਾਰੀਆਂ ਦੇ ਪੂਰਨ ਤੌਰ ਤੇ ਭਾਰਤ ਭੂਸ਼ਣ ਆਸ਼ੂ ਨੂੰ ਲੈ ਲਿਆ ਤਾਂ ਉੱਥੇ ਉਹਨਾਂ ਨੇ ਕਹਿੰਦੇ ਕਿ ਮੁੱਢਲੀ ਅਜੇ ਪੁੱਛਗਿੱਛ ਜਿਹੜੀ ਉਹਨਾਂ ਦੀ ਹੋਈ ਆ, ਤਾਂ ਉਸ ਮੁੱਢਲੀ ਪੁੱਛਗਿੱਛ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਸਾਫ਼ ਇਨਕਾਰ ਕੀਤਾ ਕਿ ਮੇਰਾ ਕਿਸੇ ਵੀ ਦੋਸ਼ ਵਿੱਚ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ, ਕਿਸੇ ਕਿਸਮ ਦਾ ਮੇਰਾ ਕੋਈ ਸਬੰਧ ਨਹੀਂ ਆ। ਔਰ ਖਾਸ ਤੌਰ ਤੇ ਠੇਕੇਦਾਰ ਤੇਲੂਰਾਮ ਵੱਲੋਂ ਜਿਹੜੇ ਲਾਏ ਗਏ ਦੋਸ਼ ਨੇ ਉਹਨਾਂ ਤੋਂ ਉਹਨਾਂ ਨੇ ਪੂਰਨ ਤੌਰ ਤੇ ਇਨਕਾਰ ਕੀਤਾ ਕਿ ਮੇਰੀ ਕੋਈ ਇਹੋ ਜਿਹੀ ਮਿਲੀ ਭੁਗਤ ਨਹੀਂ ਆ, ਕਿਉਂਕਿ ਜਿਹੜੇ ਮੇਰੇ ਕੰਮ ਨੇ ਉਹ ਮੀਨੂ ਪੰਕਜ ਮੇਰਾ ਪੀਏ, ਹਾਲਾਂਕਿ ਉਹਨਾਂ ਨੇ ਇਹ ਨਹੀਂ ਮੀਨੂ ਪੰਕਜ ਮਲਹੋਤਰੇ ਦਾ ਨਾਮ ਨਹੀਂ ਲਿਆ, ਪਰ ਇਹ ਕਿਹਾ ਕਿ ਮੇਰੇ ਪੀਏ ਨੂੰ ਪਤਾ, ਮੈਂ ਜਿਹੜਾ ਕਿਸੇ ਕਿਸਮ ਦੀ ਕੋਈ ਕਾਰਵਾਈ ਮੈਨੂੰ ਨਹੀਂ ਪਤਾ, ਮੇਰੇ ਨਾਂ ਤੇ ਕੀ ਕੁਝ ਹੁੰਦਾ ਰਿਹਾ, ਜਿਸ ਤਰੀਕੇ ਦਾ ਉਹਨਾਂ ਤੋੜਾ ਝਾੜਿਆ ਮੁੱਢਲੀ ਜਾਣਕਾਰੀ ਜੋ ਸਾਡੇ ਤੱਕ ਸੂਤਰਾਂ ਜਾਣਕਾਰੀ ਪਹੁੰਚੀ ਹੈ। ਪਰ ਅੱਜ ਜਿਸ ਤਰੀਕੇ ਦੇ ਨਾਲ ਹੁਣ ਅਗਲਾ ਸਟੈਪ ਇਹ ਆ ਕਿ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਜਿਹੜਾ ਉਹ ਲਿਆ ਜਾ ਸਕਦਾ, ਜੇ ਤਾਂ ਪੁਲਿਸ ਜਿਸ ਤਰੀਕੇ ਨਾਲ ਸਾਧੂ ਸਿੰਘ ਧਰਮਸੋਤ ਦਾ ਲਿਆ ਸੀ, ਤਾਂ ਉਸ ਤੋਂ ਬਾਅਦ ਵਿਜੀਲੈਂਸ ਨੇ ਕਹਿੰਦੇ ਕਿ ਪੂਰੀ ਤਿਆਰੀ ਕੀਤੀ ਹੈ, ਪੂਰੇ ਤੱਥ ਔਰ ਪੂਰੇ ਬਿਆਨਾਂ ਦੇ ਆਧਾਰ ਤੇ ਹੀ ਕਦਮ ਦਰ ਕਦਮ ਜਿਹੜੀ ਆ ਭਾਰਤ ਭੂਸ਼ਣ ਆਸ਼ੂ ਨੂੰ ਘੇਰਨ ਦਾ ਜਿਹੜਾ ਯਤਨ ਕੀਤਾ ਜਾਏਗਾ, ਇੰਟਰੋਗੇਸ਼ਨ ਜਿਹੜੀ ਉਸਦੀ ਕੀਤੀ ਜਾਏਗੀ। ਜਿਹੜੇ ਅਹਿਮ ਖੁਲਾਸੇ ਨੇ ਖਾਸ ਤੌਰ ਤੇ ਤੇਲੂਰਾਮ ਐਂਡ ਕੰਪਨੀ ਤੇ ਗੁਰਦਾਸ ਰਾਮ ਤੇ ਜਗਰੂਪ ਸਿੰਘ ਵੱਲੋਂ ਜਿਹੜੇ ਅਹਿਮ ਖੁਲਾਸੇ ਕੀਤੇ ਨੇ, ਤੇ ਉਹਨਾਂ ਦੇ ਆਧਾਰ ਦੇ ਉੱਤੇ ਹੀ ਜਿਹੜੇ ਵਿਜੀਲੈਂਸ ਆ ਉਹ ਅੱਗੇ ਵੱਧਦੀ ਪਈ ਹੈ। ਔਰ ਵਿਜੀਲੈਂਸ ਕੋਲ ਇੱਕ ਕਹਿੰਦੇ ਕਿ ਇੱਕ ਡਾਇਰੀ ਵੀ ਜਿਹੜੀ ਆ ਬਰਾਮਦ ਹੋਈ ਹੈ, ਜਿਸ ਤਰੀਕੇ ਨਾਲ ਕੱਲ ਰਾਜਾ ਵੜਿੰਗ ਕਹਿ ਰਹੇ ਸੀ ਕਿ ਡਾਇਰੀਆਂ ਆਪ ਤਿਆਰ ਕਰਦੇ ਆ, ਪਰ ਕਹਿੰਦੇ ਆ ਕਿ ਜਿਹੜੀ ਛਾਪਾ ਜਦੋਂ ਵੱਜਾ ਵਿਜੀਲੈਂਸ ਦਾ, ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸੇ ਹੀ ਸਮੇਂ ਦੌਰਾਨ ਵਿਜੀਲੈਂਸ ਦੀ ਇੱਕ ਟੀਮ ਜਿਹੜੀ ਆ ਪੰਕਜ ਮੀਨੂ ਮਲਹੋਤਰੇ ਦੇ ਘਰ ਵੀ ਕਹਿੰਦੇ ਉਹਨਾਂ ਨੇ ਦਬਸ਼ ਜਿਹੜੀ ਆ ਕੀਤੀ ਆ, ਤਾਂ ਉੱਥੋਂ ਕੁਝ ਹੋਰ ਉਹਨਾਂ ਨੂੰ ਸੁਰਾਗ ਜਿਹੜੇ ਮਿਲੇ ਨੇ। ਹੁਣ ਕਹਿਣ ਦਾ ਅਰਥ ਆ ਕਿ ਜਿਹੜੀ ਸਥਿਤੀ ਆ ਅੱਜ ਸਾਫ਼ ਸਪਸ਼ਟ ਹੋਵੇਗੀ ਕਿ ਵਿਜੀਲੈਂਸ ਦੇ ਕਿਹੜੇ ਅਧਿਕਾਰੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੁੱਛਗਿੱਛ ਕਰਦੇ ਆ। ਹਾਲਾਂਕਿ ਅੱਜ ਉਹਨਾਂ ਦਾ ਰਿਮਾਂਡ ਜਿਹੜਾ ਉਹ ਲਿਆ ਜਾ ਸਕਦਾ, ਬਾਕੀ ਜਿਹੜੀ ਸਥਿਤੀ ਆ ਉਹ 10 ਸਾਢੇ 10 ਵਜੇ ਤੱਕ ਜਿਹੜੀ ਕਿ ਸ਼ਾਇਦ ਗ੍ਰਿਫਤਾਰੀ ਜਿਹੜੀ ਇਹ ਹੁੰਦੀ ਨਾ, ਜੇ ਕਿਤੇ ਪੂਰਾ ਡਰਾਮਾ ਜਿਹੜਾ ਖੁਦ ਬਚਣ ਦੇ ਲਈ ਕਾਂਗਰਸ ਦੇ ਪੰਜਾਬ ਦੇ ਲੀਡਰਾਂ ਦਾ ਤੇ ਹਰੀਸ਼ ਚੌਧਰੀ ਦਾ, ਜੇ ਇਹ ਆਪਣੇ ਆਪ ਨੂੰ ਬਚਾਉਣ ਦਾ ਡਰਾਮਾ ਨਾ ਰਚਿਆ ਜਾਂਦਾ, ਇਹ ਧਰਨਾ ਪ੍ਰਦਰਸ਼ਨ ਤੇ ਵਿਜੀਲੈਂਸ ਨੂੰ ਉੱਥੇ ਜਾ ਕੇ ਜਿਹੜਾ ਉਹ ਨਾ ਚੈਲੰਜ ਕੀਤਾ ਜਾਂਦਾ, ਤਾਂ ਬਚ ਸਕਦੇ ਸੀ ਭਾਰਤ ਭੂਸ਼ਣ ਆਸ਼ੂ। ਸੁਖਵਿੰਦਰ ਜੀ, ਇਹਦੇ 'ਚ ਤਾਂ ਕੋਈ ਦੋ ਰਹਿਵਾ ਹੀ ਨਹੀਂ ਆ ਕਿ ਅਜੇ ਵਿਜੀਲੈਂਸ ਦਾ ਜਾਂ ਪੰਜਾਬ ਸਰਕਾਰ ਦਾ ਭਾਰਤ ਭੂਸ਼ਣ ਆਸ਼ੂ ਤੇ ਹੱਥ ਪਾਉਣ ਦਾ ਕੋਈ ਇਰਾਦਾ ਨਹੀਂ ਸੀ। ਉਹਨਾਂ ਨੇ ਮੀਨੂ ਪੰਕਜ ਮਲਹੋਤਰੇ ਨੂੰ ਪਹਿਲਾਂ ਅਰੈਸਟ ਕਰਨਾ ਸੀ, ਉਸ ਤੋਂ ਬਾਅਦ ਹੋ ਸਕਦਾ ਕਿ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੁੰਦੀ। ਪਰ ਜਿਸ ਤਰੀਕੇ ਨਾਲ ਰਾਜਾ ਵੜਿੰਗ ਐਂਡ ਕੰਪਨੀ ਤੇ ਹਰੀਸ਼ ਚੌਧਰੀ ਨੇ ਪਿੱਛੇ ਹੋ ਕੇ ਇੱਕ ਡਰਾਮਾ ਕੀਤਾ, ਮੈਨੂੰ ਤਾਂ ਕਈ ਵਾਰੀ ਸੁਖਵਿੰਦਰ ਜੀ ਇਸ ਤਰ੍ਹਾਂ ਲੱਗਦਾ ਕਿ ਇਹ ਜੋ ਡਰਾਮਾ ਕੱਲ ਰਚਿਆ ਗਿਆ ਇਹ ਜਾਣ ਬੁੱਝ ਕੇ ਹੀ ਰਚਿਆ ਗਿਆ, ਤੇ ਜਾਣ ਬੁੱਝ ਕੇ ਹੀ ਭਾਰਤ ਭੂਸ਼ਣ ਆਸ਼ੂ ਨੂੰ ਇੰਨਾ ਕਸਾਇਆ ਗਿਆ ਕਿ ਉਹਨੇ ਉੱਥੇ ਜਾ ਕੇ ਬਿਆਨ ਦੇ ਦਿੱਤੇ ਕਿ ਮੈਨੂੰ ਗ੍ਰਿਫਤਾਰ ਕਰ ਲਓ। ਸ਼ਾਇਦ ਇਹਦੇ ਪਿੱਛੇ ਵੀ ਰਾਜਾ ਵੜਿੰਗ ਦੀ ਕੋਈ ਹੋਰ ਰਣਨੀਤੀ ਹੈ ਕਿ ਸ਼ਾਇਦ ਮੈਦਾਨ ਸਾਰਾ ਹੀ ਸਾਫ਼ ਕਰ ਦਿੱਤਾ ਜਾਵੇ, ਤੇ ਜੇਕਰ ਕੱਲ ਨੂੰ ਕਿਤੇ ਕਾਂਗਰਸ ਦੇ ਮੁੱਖ ਮੰਤਰੀ ਬਣਨ ਦੀ ਗੱਲ ਹੁੰਦੀ, ਜਦੋਂ ਕਿਤੇ ਪੰਜਾਬ ਸਰਕਾਰ ਕਿਤੇ ਦੁਬਾਰਾ ਕਾਂਗਰਸ ਬਣੂਗੀ, ਤਾਂ ਫਿਰ ਮੇਰੇ ਨਾਂ ਤੋਂ ਇਲਾਵਾ ਕੋਈ ਹੋਰ ਨਾਂ ਹੀ ਨਾ ਹੋਵੇ, ਕਿਉਂਕਿ ਬਾਕੀ ਜਿੰਨੇ ਵੀ ਇਸ ਵੇਲੇ ਉਹਨਾਂ ਦੇ ਸੰਗੀ ਸਾਥੀ ਨੇ ਉਹ ਵੀ ਵਿਜੀਲੈਂਸ ਦੇ ਰਡਾਰ ਤੇ ਨੇ। ਤਾਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ, ਇਹ ਡਰਾਮਾ ਹੀ ਕਾਂਗਰਸ ਨੂੰ ਮਹਿੰਗਾ ਪਿਆ, ਖਾਸ ਤੌਰ ਤੇ ਭਾਰਤ ਭੂਸ਼ਣ ਆਸ਼ੂ ਨੂੰ। ਹੁਣ ਉਹ ਵੇਖੀ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਇਹ ਸਾਰੇ ਮਾਮਲੇ ਦੇ ਵਿੱਚ ਬਿਲਕੁਲ ਬੇਫਿਕਰ ਹੋ ਜਾਣਾ, ਤੇ ਬੇਫਿਕਰੀ ਦਾ ਆਲਮ ਇਹ ਕਿ ਬੰਦਾ ਸੈਲੂਨ 'ਚ ਜਾ ਕੇ ਕਟਿੰਗ ਕਰਾ ਰਿਹਾ, ਤੇ ਜਦੋਂ ਕਿ ਦੂਜੇ ਪਾਸੇ ਉਹਨੂੰ ਪਤਾ ਵੀ ਹੈ ਕਿ ਵਿਜੀਲੈਂਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਕਿਸੇ ਸਮੇਂ ਵੀ, ਭਾਵ ਕਿ ਉਸ ਨੂੰ ਇੰਨਾ ਕੁ ਹੌਸਲਾ ਦੇ ਦਿੱਤਾ ਗਿਆ ਰਾਜਾ ਵੜਿੰਗ ਐਂਡ ਕੰਪਨੀ ਵੱਲੋਂ, ਇੰਨਾ ਕੁ ਹੌਸਲਾ ਦੇ ਦਿੱਤਾ ਗਿਆ ਕਿ ਤੈਨੂੰ ਕੋਈ ਹੁਣ ਹੱਥ ਨਹੀਂ ਪਾ ਸਕਦਾ, ਤੇ ਉਹ ਉਹਨਾਂ ਦੀਆਂ ਗੱਲਾਂ 'ਚ ਆ ਗਿਆ, ਤੇ ਉਹਨੇ ਹਾਈ ਕੋਰਟ 'ਚ ਜਿਹੜੀ ਜ਼ਮਾਨਤ ਦੀ ਅਰਜ਼ੀ ਦਿੱਤੀ ਉਹ ਵੀ ਵਾਪਸ ਲੈ ਲਈ। ਕਹਿਣ ਦਾ ਅਰਥ ਹੈ ਕਿ ਕਈ ਵਾਰੀ ਇਹੋ ਜਿਹੇ ਜਦੋਂ ਯਾਰ ਦੋਸਤ ਹੋਣ ਤਾਂ ਫਿਰ ਸੁਖਵਿੰਦਰ ਜੀ ਦੁਸ਼ਮਣਾਂ ਦੀ ਲੋੜ ਨਹੀਂ ਹੁੰਦੀ। ਕੱਲ ਤਾਂ ਮੈਨੂੰ ਇਸ ਤਰ੍ਹਾਂ ਹੀ ਲੱਗਾ ਕਿ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਕੁਰਬਾਨੀ ਆ ਉਹ ਜਾਣ ਬੁੱਝ ਕੇ ਰਾਜਾ ਵੜਿੰਗ ਐਂਡ ਕੰਪਨੀ ਵੱਲੋਂ ਦਵਾਈ ਗਈ, ਨਹੀਂ ਤੇ ਅਜੇ ਮਸਲਾ ਠੰਡੇ ਬਸਤੇ 'ਚ ਪਿਆ ਸੀ, ਹੌਲੀ ਹੌਲੀ ਅੱਗੇ ਵਧਣਾ ਸੀ। ਪਰ ਜਿਸ ਤਰੀਕੇ ਨਾਲ ਜਦੋਂ ਤੁਹਾਡੇ ਦੋਸਤ
ਦੁਸ਼ਮਣੀ ਦਾ ਨਕਾਬ ਪਹਿਨ ਕੇ ਤੁਹਾਡੇ ਕੋਲ ਹੋਣ ਤਾਂ ਫਿਰ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨੇ। ਇਹਦੇ ਵਿੱਚ ਮੈਂ ਨਹੀਂ ਸਮਝਦਾ ਕਿ ਭਾਰਤ ਭੂਸ਼ਣ ਆਸ਼ੂ ਦਾ ਕੋਈ ਇੰਨਾ ਰੋਲ ਹੈਗਾ ਜਾਂ ਭਗਵੰਤ ਮਾਨ ਦੀ ਸਰਕਾਰ ਦਾ ਰੋਲ ਕੋਈ ਗ੍ਰਿਫਤਾਰ ਹੋਣਾ। ਉਹ ਤਾਂ ਹੋਣਾ ਸੀ, ਉਹ ਯਕੀਨਨ ਅਸੀਂ ਹਰ ਪ੍ਰੋਗਰਾਮ 'ਚ ਕਹਿ ਚੁੱਕੇ ਹਾਂ ਕਿ ਯਕੀਨਨ ਤੈਅ ਸੀ, ਪਰ ਜੇ ਇੰਨੀ ਜਲਦੀ ਨਹੀਂ ਸੀ ਜਿੰਨੀ ਜਲਦੀ ਰਾਜਾ ਵੜਿੰਗ ਨੇ ਕੱਲ ਕਰਵਾ ਦਿੱਤੀ ਆ। ਤੇ ਜੇ ਇਹੋ ਜਿਹੇ ਰਾਜਾ ਵੜਿੰਗ ਆਪਣੇ ਯਾਰਾਂ ਦੋਸਤਾਂ ਦਾ ਇਹੋ ਜਿਹਾ ਵਰਤਾਰਾ ਕਰਦੇ ਰਹੇ ਤੇ ਆਉਂਦਿਆਂ ਦਿਨਾਂ 'ਚ ਕੁਝ ਹੋਰ ਵੱਡੀਆਂ ਚਿਹਰਿਆਂ ਨੂੰ ਵੀ ਫਸਾ ਸਕਦੇ। ਪਰ ਸ਼ਾਇਦ ਹੁਣ ਇਹ ਵੀ ਗੱਲ ਨਾਲ ਕਿ ਉਹਦੇ ਰਾਜਾ ਵੜਿੰਗ ਦੇ ਸੱਜੇ ਜਾਂ ਖੱਬੇ ਰਹਿਣ ਵਾਲੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਹੁਣ ਸਮਝ ਗਏ ਹੋਣਗੇ ਕਿ ਅਸੀਂ ਹੁਣ ਇਸ ਪ੍ਰਧਾਨ ਦੀਆਂ ਗੱਲਾਂ 'ਚ ਨਹੀਂ ਆਉਣਾ। ਇਹ ਕਿਤੇ ਇੱਧਰ ਹੋਵੇ ਜਾਂਦੇ ਜਾਂਦੇ ਕਿਤੇ ਰਸਤੇ 'ਚ ਮਰਵਾ ਹੀ ਦੇਵੇ, ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਕੱਲ ਗ੍ਰਿਫਤਾਰ ਕਰਵਾਇਆ। ਨਹੀਂ ਤਾਂ ਵਿਜੀਲੈਂਸ ਤਾਂ ਪੂਰਨ ਤੌਰ ਤੇ ਇਹ ਗੱਲ ਪੱਕੀ ਆ ਕਿ ਅਜੇ ਇਰਾਦਾ ਨਹੀਂ ਸੀ ਉਸ ਨੂੰ ਗ੍ਰਿਫਤਾਰ ਕਰਨ ਦਾ। ਬੇਸ਼ੱਕ 18 ਤਰੀਕ ਨੂੰ ਉਹਦਾ ਨਾਮ ਜਿਹੜਾ ਸੀ ਨਾਮਜ਼ਦ ਕਰ ਲਿਆ ਗਿਆ ਸੀ। ਜਿਹੜੀ ਕੱਲ ਉਹਦੇ ਕੋਲ ਜ਼ਮਾਨਤ ਦੀ ਜਿਹੜੀ ਐਪਲੀਕੇਸ਼ਨ ਉਹ ਵੀ ਵਾਪਸ ਕਰਾਈ ਆ, ਉਹ ਵੀ ਕਹਿੰਦੇ ਕਾਂਗਰਸ ਦੀ ਉਸ ਲੀਗਲ ਟੀਮ ਨੇ ਉਹਦੇ ਕੋਲ ਵਾਪਸ ਕਰਾਈ, ਜਿਹੜੀ ਲੀਗਲ ਟੀਮ ਉੱਥੇ ਵਿਜੀਲੈਂਸ ਦੇ ਮੋਹਾਲੀ ਦੇ ਜਿਹੜੇ ਮੁੱਖ ਦੁਆਰ ਤੇ ਜਿੱਥੇ ਧਰਨਾ ਚੱਲਦਾ ਪਿਆ ਸੀ ਕੋਲ ਸੀ, ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਐਪਲੀਕੇਸ਼ਨ ਵਾਪਸ ਲੈ ਲਾ, ਕੁਝ ਨਹੀਂ ਹੋਣ ਲੱਗਾ। ਹੁਣ ਸਰਕਾਰ ਜਿਹੜੀ ਆ ਦਬਾਅ ਜਿਹੜਾ ਪਾ ਦਿੱਤਾ ਗਿਆ। ਸੋ ਮੈਂ ਤਾਂ ਜਿੱਥੋਂ ਤੱਕ ਮੇਰੀ ਨਿੱਜੀ ਰਾਏ ਆ, ਮੈਂ ਜ਼ਿਆਦਾ ਜ਼ੋਰ ਦੇ ਕੇ ਨਹੀਂ ਕਹਿ ਰਿਹਾ, ਮੇਰੀ ਜਿੱਥੋਂ ਤੱਕ ਆਪਣੀ ਨਿੱਜੀ ਰਾਏ ਆ, ਮੈਨੂੰ ਏਦਾਂ ਲੱਗਦਾ ਕਿ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਗ੍ਰਿਫਤਾਰੀ ਹੈ ਇਹਦੇ ਪਿੱਛੇ ਰਾਜਾ ਵੜਿੰਗ ਦਾ ਪੂਰਨ ਤੌਰ ਤੇ ਹੀ ਅਸੀਂ ਕਹਿ ਸਕਦੇ ਹੱਥ ਹੈ, ਜਾਂ ਜਾਣ ਬੁੱਝ ਕੇ ਜਿਹੜਾ ਲੋੜੋਂ ਵੱਧ ਜਿਹੜਾ ਆਤਮ ਵਿਸ਼ਵਾਸ ਕੱਲ ਵਿਖਾਇਆ ਗਿਆ ਉਸੇ ਹੀ ਕਾਰਨ ਉਹ ਮੰਨੇ ਜਾ ਸਕਦੇ ਆ ਸਾਹਿਬ ਹਰੀਸ਼ ਚੌਧਰੀ ਤੇ ਰਾਜਾ ਵੜਿੰਗ, ਕਿਉਂਕਿ ਪ੍ਰੋਗਰਾਮ ਇਹਨਾਂ ਦੇ ਵੱਲੋਂ ਜਿਹੜਾ ਕੀਤਾ ਗਿਆ ਸੀਗਾ। ਤੇ ਨਾਲ ਹੀ ਨਾਲ ਹੁਣ ਗੱਲ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ ਜਿਸ ਤਰੀਕੇ ਦੀਆਂ ਚਰਚਾਵਾਂ ਹੁਣ ਛਿੜੀਆਂ ਨੇ, ਕਹਿੰਦੇ ਕਿ ਸਾਬਕਾ ਮੁੱਖ ਮੰਤਰੀ ਸਮੇਤ 4 ਹੋਰ ਮੰਤਰੀਆਂ ਦੀ ਗ੍ਰਿਫਤਾਰੀ ਜਿਹੜੀ ਉਹ ਤੈਅ ਮੰਨੀ ਜਾ ਰਹੀ ਹੈ। ਕਿਹੜੇ ਕਿਹੜੇ ਉਹ ਮੰਤਰੀ ਹੈ ਤੇ ਸਾਬਕਾ ਮੁੱਖ ਮੰਤਰੀ ਕਿਹੜੇ ਆ ਤੇ ਕਿਉਂ ਇਹਨਾਂ ਦੀ ਹੁਣ ਗ੍ਰਿਫਤਾਰੀ ਜਿਹੜੀ ਉਹ ਤੈਅ ਮੰਨੀ ਜਾ ਰਹੀ ਹੈ? ਸਾਬਕਾ ਮੁੱਖ ਮੰਤਰੀ ਤੇ 2 ਨੇ, ਇੱਕ ਨਹੀਂ ਹੈਗਾ, ਇੱਕ ਤੇ ਕੈਪਟਨ ਅਮਰਿੰਦਰ ਸਿੰਘ ਵੀ ਨੇ ਤੇ ਦੂਜੇ ਸਰਦਾਰ ਚਰਨਜੀਤ ਸਿੰਘ ਚੰਨੀ ਹੁਣੀ ਨੇ। ਕੈਪਟਨ ਅਮਰਿੰਦਰ ਸਿੰਘ ਦੇ ਖੇਤੀਬਾੜੀ ਘੁਟਾਲੇ ਦਾ ਜਿਹੜਾ ਦੋਸ਼ ਆ ਉਹ ਲੱਗਦਾ, ਤੇ ਜਿਹੜੀ ਫਾਈਲ ਜਿਹੜੀ ਆ ਕੁਲਦੀਪ ਸਿੰਘ ਧਾਲੀਵਾਲ ਹੋਣਾ ਨੇ ਬਕਾਇਦਾ ਤੌਰ ਤੇ ਭਗਵੰਤ ਮਾਨ ਨੂੰ ਭੇਜ ਦਿੱਤੀ। ਜਾਂ 12,000 ਕਰੋੜ ਦਾ ਜਿਹੜਾ ਖੇਤੀਬਾੜੀ ਦਾ ਘਪਲਾ ਹੋਇਆ ਸੀ, ਜਿਹਦੀ ਫੰਡ ਆਏ, ਗ੍ਰਾਂਟ ਆਈ, ਪਤਾ ਨਹੀਂ ਉਹ ਕਿੱਥੇ ਖਰਚੇ, ਕਿਸੇ ਰਿਕਾਰਡ ਦੀਆਂ, ਉਸ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਉਹਦੇ ਸੰਬੰਧੀ ਕਿਸੇ ਵਕਤ ਵੀ ਕੁਝ ਹੋ ਸਕਦਾ। ਦੂਜਾ ਸਰਦਾਰ ਚਰਨਜੀਤ ਸਿੰਘ ਚੰਨੀ ਆ, ਚੰਨੀ ਦੇ ਉੱਤੇ ਜਿਹੜੇ ਮਾਈਨਿੰਗ ਦੇ ਮੁੱਦੇ ਘਟਾਲੇ ਹੋਏ ਸੀ, ਖਾਸ ਤੌਰ ਤੇ ਜਿਹੜੇ ਉਹਨਾਂ ਦੇ ਭਾਂਜੇ ਵੱਲੋਂ ਕੀਤੇ ਗਏ, ਤੇ ਭਾਂਜਾ ਬਕਾਇਦਾ ਤੌਰ ਤੇ ਈਡੀ ਦੇ ਸਕੰਜੇ ਦੇ ਵਿੱਚ ਹੈਗਾ। ਉਸ ਸੰਬੰਧ ਦੇ ਵਿੱਚ ਪਤਾ ਲੱਗਾ ਕਿ ਜਿਹੜੀ ਪੰਜਾਬ ਦੀ ਵਿਜੀਲੈਂਸ ਆ ਚਰਨਜੀਤ ਸਿੰਘ ਚੰਨੀ ਵੱਲ ਵੱਧ ਰਹੀ ਹੈ। ਤੇ ਦੂਜੇ ਪਾਸੇ ਜਿਹੜੇ 4 ਮੁੱਖ ਜਿਹੜੇ ਮੰਤਰੀ ਨੇ, ਜਿਨ੍ਹਾਂ ਦੇ ਵਿੱਚ ਤਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ ਦੇ ਨਾਮ ਜਿਹੜੇ ਇਹ ਆਉਂਦੇ ਨੇ। ਇਹ ਓਪੀ ਸੋਨੀ ਕੁਝ ਘੁਟਾਲਿਆਂ ਨੂੰ ਲੈ ਕੇ, ਜਿਹੜੇ ਘੁਟਾਲੇ ਅੰਮ੍ਰਿਤਸਰ ਦਾ ਸਰਕਟ ਹਾਊਸ ਆ, ਉਸ ਮੁੱਦੇ ਨੂੰ ਜਿਹੜੇ ਉਹਦਾ ਠੇਕਾ ਜਿਹੜਾ ਦਵਾਉਣਾ ਸੀ ਉਹਨਾਂ ਨੇ ਆਪਣੇ ਚਹੇਤਿਆਂ ਨੂੰ ਦਵਾਇਆ, ਜਿਹਦੇ ਸੰਬੰਧੀ ਕਬਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਸੀ। ਉਸ ਪਾਸੇ ਤੇ ਦੂਸਰੇ ਪਾਸੇ ਜਿਹੜੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ, ਉਹ ਮੁਖਤਾਰ ਅੰਸਾਰੀ ਨੂੰ VIP ਸਹੂਲਤਾਂ ਦੇਣ ਕਰਕੇ ਵਿਜੀਲੈਂਸ ਦੇ ਰਡਾਰ ਤੇ ਆ ਚੁੱਕੇ ਆ। ਹਰਜੋਤ ਬੈਂਸ ਨੇ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਇਸ ਤੱਥ ਉਠਾਏ ਸੀ, ਤੇ ਪ੍ਰਤਾਪ ਸਿੰਘ ਬਾਜਵਾ ਨੇ ਉਸੇ ਤਰੀਕੇ ਨਾਲ, ਜਿਸ ਤਰੀਕੇ ਨਾਲ ਰਾਜਾ ਵੜਿੰਗ ਨੇ ਕੱਲ ਭਾਰਤ ਭੂਸ਼ਣ ਆਸ਼ੂ ਨੂੰ ਕਰਵਾਤਾ, ਤਾਂ ਉਸ ਵਿਧਾਨ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ ਨੂੰ ਲੈ ਕੇ ਚੈਲੰਜ ਕੀਤਾ ਸੀ, ਅਸਲ 'ਚ ਉਹ ਚੈਲੰਜ ਨਹੀਂ ਸੀ ਕੀਤਾ, ਉਹ ਅਸਲ 'ਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੀ ਨੀਵਾ ਵਿਖਾਉਣ ਦਾ ਇੱਕ ਯਤਨ ਸੀ। ਕਿਉਂਕਿ ਗੁਰਦਾਸਪੁਰ ਹਲਕੇ ਨੂੰ ਦੋਵੇਂ ਬਿਲੋਂਗ ਕਰਦੇ, ਤੇ ਕਿਸ ਤਰੀਕੇ ਨਾਲ ਇਹਨਾਂ ਦੀ ਆਪਸੀ ਖਹਿਬਾਜ਼ੀ ਚੱਲਦੀ ਆ ਪੰਜਾਬ ਦੇ ਲੋਕ ਜਾਂ ਜ਼ਿਲ੍ਹਾ ਗੁਰਦਾਸਪੁਰ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ। ਤਾਂ ਜਿਹੜੇ ਆਪਣੇ ਸੁਖਜਿੰਦਰ ਸਿੰਘ ਰੰਧਾਵਾ VIP ਮੁਖਤਾਰ ਅੰਸਾਰੀ ਨੂੰ ਦਿੱਤੀਆਂ ਗਈਆਂ ਸਹੂਲਤਾਂ ਕਰਕੇ ਵਿਜੀਲੈਂਸ ਦੇ ਰਡਾਰ ਤੇ ਨੇ, ਤਾਂ ਕੱਲ ਇਹ ਵੀ ਪਤਾ ਲੱਗਾ ਕਿ ਮੁਖਤਾਰ ਅੰਸਾਰੀ ਦਾ ਜਿਹੜਾ ਬੇਟਾ ਉਹ ਵੀ ਪੰਜਾਬ 'ਚ ਕਿਸੇ ਬੈਠਾ ਆ, ਉਹ ਵੀ ਵਿਜੀਲੈਂਸ ਦੇ ਰਡਾਰ ਤੇ ਆ ਗਿਆ, ਤੇ ਯੂਪੀ ਦੀ ਪੁਲਿਸ ਨੇ ਉਹਨੂੰ ਕੱਲ ਫੜਨ ਵਾਸਤੇ ਛਾਪੇਮਾਰੀ ਵੀ ਕੀਤੀ ਆ ਪੰਜਾਬ ਦੇ ਕੁਝ ਥਾਵਾਂ ਤੇ। ਤਾਂ ਉਸ ਐਪੀਸੋਡ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਫਸ ਰਹੇ ਨੇ, ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਨੇ ਉਹ ਭਗਤੂਪੁਰਾ ਜ਼ਮੀਨ ਜਿਹੜੀ ਆ ਅਲਫਾ ਸਿਟੀ ਅੰਮ੍ਰਿਤਸਰ ਦੇ ਲਾਗੇ, ਅਲਫਾ 1 ਦੇ ਲਾਗੇ, ਉਸ ਚੱਕਰ ਦੇ ਵਿੱਚ ਆ ਜਿਹੜੀ ਇਹਨਾਂ ਨੇ 10 ਤਰੀਕ ਨੂੰ 11 ਤਰੀਕ ਨੂੰ ਉਦੋਂ ਸਾਈਨ ਕੀਤੇ ਕਿ ਜਦੋਂ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣ ਚੁੱਕੀ ਸੀ, ਨਵੀਂ ਸਰਕਾਰ ਦਾ ਐਲਾਨ ਹੋ ਚੁੱਕਾ ਸੀ ਤੇ ਕੋਡ ਆਫ ਕੰਡਕਟ ਲਾਗੂ ਸੀ। ਇਹਨਾਂ ਮਸਲਿਆਂ ਨੂੰ ਲੈ ਕੇ ਜਿਹੜੀ ਵਿਜੀਲੈਂਸ ਆ ਇਹਨਾਂ ਮੰਤਰੀਆਂ ਦੀ ਜਾਂਚ ਕਰ ਰਹੀ ਆ, ਤਾਂ ਜਾਂਚ ਕਈਆਂ ਥਾਵਾਂ ਤੇ ਕਹਿੰਦੇ ਮੁਕੰਮਲ ਵੀ ਹੋ ਚੁੱਕੀ। ਤੇ ਇਸ ਤੋਂ ਵੱਡੀ ਗੱਲ ਰਾਜਾ ਵੜਿੰਗ ਦੀ ਵੀ ਗੱਲ ਕਰਦੇ ਕਿ ਰਾਜਾ ਵੜਿੰਗ ਤੇ ਵੀ ਸਰਕਾਰੀ ਸਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ, ਜਿਹਦੇ ਮੁੱਖ ਕਾਰਨ ਉਹ ਜਿਹੜੀਆਂ ਇਹਨਾਂ ਦੇ ਜਦੋਂ ਟਰਾਂਸਪੋਰਟ ਮੰਤਰੀ ਸਨ ਤੇ ਜਿਹੜੀਆਂ ਇਹਨਾਂ ਨੇ ਬੱਸਾਂ ਦੀਆਂ ਬਾਡੀਜ਼ ਬਣਾਈਆਂ, ਉਹਨਾਂ ਬਾਡੀਆਂ ਜਿਹੜੀ ਬੱਸਾਂ ਦੀ ਬਾਡੀਜ਼ ਬਣੀਆਂ ਉਹ ਰਾਜਸਥਾਨ ਦੀ ਕਿਸੇ ਕੰਪਨੀ ਨੂੰ ਦਿੱਤੀਆਂ ਗਈਆਂ ਸਨ। ਉਹ ਕੰਪਨੀ ਦੇ ਵਿੱਚ ਜਿੱਥੇ ਹਰੀਸ਼ ਚੌਧਰੀ ਦਾ ਸਿੱਧਾ ਹੱਥ ਜਿਹੜਾ ਕਹਿੰਦੇ ਨੇ
ਵੱਜਦਾ ਹੱਥ ਹੈਗਾ ਤਾਂ ਉਹਦੇ ਵਿੱਚੋਂ ਵੱਡੇ ਪੱਧਰ ਤੇ ਜਿਹੜੀ ਕਮਿਸ਼ਨ ਲਈ ਗਈ ਉਹ ਕਮਿਸ਼ਨ ਵੀ ਹੁਣ ਪੰਜਾਬ ਵਿਜੀਲੈਂਸ ਜਿਹੜੀ ਆ ਉਹ ਉਸ ਦੀ ਜਾਂਚ ਜਿਹੜੀ ਆ ਉਹ ਕਰ ਰਹੀ ਆ। ਸੋ ਇਹ ਜਿਹੜੇ ਮੰਤਰੀ ਨੇ ਕੱਲ ਜਿਹੜੇ ਜ਼ਿਆਦਾ ਉੱਥੇ ਬੋਲ ਰਹੇ ਸਨ ਇਹ ਉਹ ਹੀ ਮੰਤਰੀ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਫਸਣ ਦਾ ਡਰ ਆ। ਤੇ ਜੇਕਰ ਵਾਕਿਆ ਹੀ ਕਾਂਗਰਸ ਦਾ ਕੱਲ ਦਾ ਧਰਨਾ ਅਸਲ 'ਚ ਨਿਰੋਲ ਕਾਂਗਰਸ ਦਾ ਹੁੰਦਾ ਤਾਂ ਫਿਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਾਰਾਜ਼ ਹੋ ਕੇ ਨਾ ਆਉਂਦੇ, ਉਹ ਉਸ ਵਿਜੀਲੈਂਸ ਦੇ ਧਰਨੇ ਦੇ ਵਿੱਚ ਪੂਰਨ ਤੌਰ ਤੇ ਜਾਂਦੇ। ਸ਼ਾਇਦ ਉਹਨਾਂ ਨੇ ਇਹ ਬਹਾਨਾ ਹੀ ਲੱਭਾ ਕਿ ਮੇਰੀ ਗੱਡੀ ਡੱਕ ਲਈ ਗਈ ਤੇ ਮੈਂ ਹੁਣ ਇਸ ਧਰਨੇ ਦੇ ਵਿੱਚ ਸ਼ਾਮਲ ਹੀ ਨਹੀਂ ਹੋਣਾ, ਉਹ ਵਾਪਸ ਆ ਗਏ। ਸੋ ਇਹ ਵੀ ਇੱਕ ਸੰਕੇਤ ਹੈਗਾ ਕਿ ਪ੍ਰਤਾਪ ਸਿੰਘ ਬਾਜਵਾ ਦਿਲੋਂ ਨਾਲ ਨੇ ਜਾਂ ਨਹੀਂ ਤਾਂ ਕੋਈ ਏਡਾ ਵੱਡਾ ਇਸ਼ੂ ਨਹੀਂ ਸੀ। ਕਾਂਗਰਸ ਭਵਨ ਦੇ ਗੇਟ ਦੇ ਉੱਤੇ ਜਿਹੜੀ ਉਹਨਾਂ ਦੀ ਗੱਡੀ ਡੱਕੀ ਗਈ ਉਹ ਕਿਸੇ ਕਾਂਗਰਸ ਦੇ ਮੰਤਰੀ ਵਿਧਾਇਕ ਨੇ ਨਹੀਂ ਸੀ ਡੱਕੀ ਬਲਕਿ ਪੁਲਿਸ ਨੇ ਡੱਕੀ ਸੀ। ਤਾਂ ਪੁਲਿਸ ਨੇ ਜੇ ਡੱਕੀ ਤਾਂ ਉਸ ਦਾ ਜਿਹੜਾ ਰੋਸ ਕਰਦਾ ਪੁਲਿਸ ਦਾ ਵਾਧਾ ਸੀ, ਨਾ ਕਿ ਕਾਂਗਰਸ ਤੇ ਉਸ ਧਰਨੇ ਤੋਂ ਵਾਪਸ ਆ ਜਾਣਾ ਤੇ ਇੰਨੀ ਗੱਲ ਕਹਿਣੀ ਕਿ ਮੈਂ ਕੁਝ ਨਹੀਂ ਕਰਦਾ। ਤਾਂ ਵਾਪਸ ਆ ਕੇ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਰਾਜੇ ਵੜਿੰਗ ਨੇ ਜਾ ਕੇ ਪੁਲਿਸ ਵਾਲਿਆਂ ਨੂੰ ਡਾਂਟਿਆ, ਉਹਨਾਂ ਨੂੰ ਪਤਾ ਇਹ ਲੱਗ ਚੁੱਕਾ ਸੀ ਇੱਕ ਪੰਜਾਬ LOP ਲੀਡਰ ਜਿਹੜੇ ਵਾਪਸ ਜਾ ਚੁੱਕੇ ਆ। ਕਹਿਣ ਦਾ ਅਰਥ ਇਹ ਆ ਕਿ ਇਸ ਧਰਨੇ ਦੇ ਵਿੱਚ ਜਿਹੜੇ ਕੱਲ ਸਨ ਉਹੀ ਬੰਦੇ ਸਨ ਜਿਹੜੇ ਕਿਸੇ ਨਾ ਕਿਸੇ ਪੱਖ ਤੋਂ ਦੋਸ਼ੀ ਨੇ। ਪ੍ਰਤਾਪ ਸਿੰਘ ਬਾਜਵਾ ਨੇ ਕੱਲ ਵਿਚਕਾਰਲਾ ਰਸਤਾ ਕੱਢਦਿਆਂ ਗਏ ਵੀ ਤੇ ਬਹਾਨਾ ਇਹ ਲਾ ਲਿਆ ਕਿ ਮੇਰੀ ਗੱਡੀ ਨਹੀਂ ਅੰਦਰ ਜਾਣ ਦਿੱਤੀ, ਮੈਂ ਵਾਪਸ ਆ ਗਿਆ। ਉਹਨਾਂ ਨੇ ਵੀ ਉਸੇ ਤਰੀਕੇ ਨਾਲ ਆਪਣੇ ਧਰਨੇ ਤੋਂ ਵੱਖ ਕਰ ਲਿਆ ਜਿਸ ਤਰੀਕੇ ਨਾਲ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਵੇਖਣਾ ਹੋਵੇਗਾ ਕਿ ਇਸ ਧਰਨੇ ਦੇ ਵਿੱਚ ਕੱਲ ਰਾਜਾ ਵੜਿੰਗ ਨਾਲ ਕੌਣ ਸ਼ਰੀਕ ਹੁੰਦਾ। ਹਾਲਾਂਕਿ ਪ੍ਰੈਸ ਕਾਨਫਰੰਸ ਵਿੱਚ ਤਾਂ ਪ੍ਰਤਾਪ ਸਿੰਘ ਬਾਜਵਾ ਮੌਜੂਦ ਸੀ, ਪਰ ਕੱਲ ਜਦੋਂ ਧਰਨਾ ਦੇਣ ਦਾ ਸਮਾਂ ਆਇਆ ਉਹ ਇਸ ਬਹਾਨੇ ਨਾਲ ਲੈ ਕੇ ਘਰ ਵਾਪਸ ਆ ਗਏ ਕਿ ਮੇਰੀ ਗੱਡੀ ਸੀਗੀਆਂ। ਆਪਾਂ ਪ੍ਰੋਗਰਾਮ ਕੀਤਾ ਸੀਗਾ ਕਿ ਕੁਝ ਵੱਡੇ ਲੀਡਰ ਜਿਹੜੇ ਆ ਉਹ ਆਸ਼ੂ ਦੇ ਹੱਕ ਦੇ ਵਿੱਚ ਖੜਨ ਨੂੰ ਤਿਆਰ ਨਹੀਂ, ਕਿਉਂਕਿ ਉਹ ਕੁਝ ਵੱਖਰਾ ਜਾਣਦੇ ਆ ਜਿਹੜਾ ਕਿ ਜਿਹੜੇ ਲੋਕ ਹੱਕ ਦੇ ਵਿੱਚ ਖੜ ਰਹੇ ਆ ਸ਼ਾਇਦ ਉਹ ਜਾਣਦੇ ਨਹੀਂ ਜਾਂ ਜਿਹੜੇ ਚੀਜ਼ਾਂ ਨੂੰ ਅੱਖੋਂ ਪਰੋਖੇ ਕਰ ਰਹੇ ਆ ਉਹ ਕੁਝ ਲੀਡਰ ਅੱਖੋਂ ਪਰੋਖੇ ਨਾ ਤਾਂ ਕਰ ਰਹੇ ਆ ਤੇ ਨਾ ਹੀ ਜਿਹੜੇ ਆ ਉਹ ਹੱਕ ਦੇ ਵਿੱਚ ਖੜਨ ਨੂੰ ਤਿਆਰ ਆ। ਆਪਾਂ ਦੱਸਿਆ ਹੀ ਸੀਗਾ ਕਿ ਆਸ਼ੂ ਦੇ ਹੱਕ ਦੇ ਵਿੱਚ ਖੜਨ ਨੂੰ ਕੋਈ ਤਿਆਰ ਨਹੀਂ ਵੱਡਾ ਲੀਡਰ ਜਿਹੜੇ ਕੁਝ ਹੈਗੇ ਆ। ਹਾਂ ਬਿਲਕੁਲ, ਮੈਂ ਉਹੀ ਗੱਲ ਕੀਤੀ ਨਾ ਕਿ ਜਿਹੜੇ ਵੱਡੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਿਉਂਕਿ LOP ਦੇ ਲੀਡਰ ਨੇ, ਉਹਨਾਂ ਦਾ ਜੇਕਰ ਪਾਰਟੀ ਪ੍ਰਧਾਨ ਧਰਨਾ ਦਿੰਦਾ ਤਾਂ ਕੁਦਰਤੀ ਤੌਰ ਤੇ ਜਾਣਾ ਬਣਦਾ। ਪਰ ਜਿਸ ਤਰੀਕੇ ਨਾਲ ਮੌਕੇ ਤੇ ਜਾ ਕੇ ਐਨ ਇੱਕ ਬਹਾਨੇ ਨਾਲ ਪਿੱਛੇ ਮੁੜ ਆਏ ਤੇ ਇਸ ਤੋਂ ਸਾਫ਼ ਅਰਥ ਇਹੋ ਨਿਕਲਦਾ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਖਲੋਣ ਨੂੰ ਤਿਆਰ ਨਹੀਂ ਸਨ। ਸ਼ਾਇਦ ਇਸੇ ਹੀ ਕਾਰਨ ਮਜਬੂਰੀ ਬਸ ਉਦੋਂ ਤਾਂ ਪ੍ਰੈਸ ਕਾਨਫਰੰਸ ਚਲੇ ਗਏ, ਪਰ ਜਦੋਂ ਸਥਿਤੀਆਂ ਦਾ ਤਕਾਜ਼ਾ ਪਤਾ ਲੱਗਾ ਤਾਂ ਉਹਨਾਂ ਨੇ ਇਸ ਬਹਾਨੇ ਨਾਲ ਆਪਣੇ ਆਪ ਨੂੰ ਸਾਈਡ ਲਾਈਨ ਕਰ ਲਿਆ। ਤੁਸੀਂ ਦੇਖਿਓ ਕੋਈ ਵੀ ਬਿਆਨ ਉਹਨਾਂ ਦਾ ਅਜੇ ਤੱਕ ਤਾਂ ਕੋਈ ਆਇਆ ਨਹੀਂ। ਜਿਸ ਤਰੀਕੇ ਨਾਲ ਕੱਲ ਦੇ ਰਵਨੀਤ ਬਿੱਟੂ ਜਾਂ ਰਾਜਾ ਵੜਿੰਗ ਜਿਹੜੇ ਬੋਲਦੇ ਪਏ ਨੇ, ਹੋਰ ਕਿਸੇ ਕਾਂਗਰਸੀ ਨੇਤਾ ਦਾ ਬਿਆਨ ਜਿਹੜਾ ਅਜੇ ਤੱਕ ਨਹੀਂ ਆਇਆ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਸੇ ਹੀ ਕਰਕੇ ਆਪਣਾ ਬਹਾਨੇ ਦੇ ਨਾਲ ਆਪਣੇ ਆਪ ਨੂੰ ਇਸ ਧਰਨੇ ਤੋਂ ਅਲੱਗ ਕਰ ਦਿਆ ਕਿ ਕੋਲਿਆਂ ਦੀ ਦਲਾਲੀ ਚ ਮੂੰਹ ਕਾਲਾ, ਮੈਂ ਇਸ ਕੰਮ ਦੇ ਵਿੱਚ ਪੈ ਕੇ ਕੀ ਲੈਣਾ ਜੀ। ਬਿਲਕੁਲ। ਤਾਂ ਅਣਖੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਵਾਈਸ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।